सतनाम। श्री वाहेगुरु साहिब जीओ। हर गुण पढ़िए हर गुण गुणिए, हर हर नाम कथा नित सुनिए। मिल सत संगत हर गुण गाए, जग भौ जल दुतर तरिए जियो। परम सन्मानयोग गुरु रूप गुरु खालसा साध संगत जी, वाहिगुरु जी का खालसा वाहिगुरु जी की फतेह। चल रहे लड़ीवार प्रसंग धन धन श्री गुरु गोबिंद सिंह साहिब जी महाराज जी दे अध्याय 21वें विच अज आपां ਚੱਬੇ ਦੀ ਮਾਈ ਨੂੰ ਪੁੱਤਰਾਂ ਦੇ ਵਰ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸਤਿਗੁਰੂ ਜੀ ਚਲਦੇ ਚਲਦੇ ਭਾਈ ਡੱਲੇ ਪਾਸ ਆ ਪਹੁੰਚੇ, ਜਿਹੜਾ ਕਿ ਤਲਵੰਡੀ ਸਾਬੋ ਰਹਿੰਦਾ ਸੀ। ਕਮਰ ਕੱਸਾ ਖੋਲ੍ਹ ਦਿੱਤਾ ਤੇ ਸਭ ਪ੍ਰਕਾਰ ਦੇ ਸੁੱਖ ਲੈ ਕੇ ਰਹਿਣ ਲੱਗੇ। ਉਸ ਸਥਾਨ ਦਾ ਨਾਮ ਦਮਦਮਾ ਰੱਖ ਦਿੱਤਾ ਤੇ ਵੈਰੀਆਂ ਦਾ ਬਲ ਦੂਰ ਕਰਕੇ ਨਿਸ਼ਚਿੰਤ ਹੋ ਗਏ। ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਖਬਰ ਫੈਲ ਗਈ ਤੇ ਫਿਰ ਸਦਾ ਸੰਗਤ ਆਉਣ ਲੱਗੀ। ਸੰਗਤ ਉਪਹਾਰ ਅਰਪਣ ਕਰਕੇ ਦਰਸ਼ਨ ਕਰਦੀ ਸੀ ਤੇ ਉਹਨਾਂ ਦੀਆਂ ਮਨੋਕਾਮਨਾਵਾਂ ਤੁਰੰਤ ਪੂਰੀਆਂ ਹੁੰਦੀਆਂ ਸਨ। ਦੀਵਾਨ ਲੱਗਦਾ ਸੀ ਤੇ ਸ਼ਬਦ ਗਾਉਂਦੇ ਸਨ ਤੇ ਹਜ਼ਾਰਾਂ ਪ੍ਰੇਮੀ ਸਿੰਘ ਆਉਂਦੇ ਸਨ। ਇੱਕ ਦਿਨ ਸਤਿਗੁਰੂ ਜੀ ਘੋੜੇ ਉੱਪਰ ਸਵਾਰ ਹੋ ਕੇ ਸ਼ਿਕਾਰ ਖੇਡਣ ਚੱਲੇ ਤੇ ਵੱਡੀ ਗਿਣਤੀ ਵਿੱਚ ਸਾਥੀ ਸਿੰਘ ਘੋੜਿਆਂ ਉੱਪਰ ਸਵਾਰ ਹੋ ਕੇ ਨਾਲ ਤਿਆਰ ਹੋ ਗਏ। ਗੁਰੂ ਜੀ ਜਦ ਡੇਰੇ ਤੋਂ ਬਾਹਰ ਨਿਕਲਣ ਲੱਗੇ ਤਾਂ ਇੱਕ ਇਸਤਰੀ ਨੇ ਅੱਗੇ ਆ ਕੇ ਸੱਦ ਕਹੀ, ਮੈਂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਅੱਗੇ ਬੇਨਤੀ ਕਰਦੀ ਹਾਂ, ਜਿਨ੍ਹਾਂ ਦੀ ਸੋਹਣੀ ਦਾੜੀ ਹੈ ਅਤੇ ਸੁੰਦਰ ਪਗੜੀ ਹੈ। ਮੇਰੀ ਗੋਤ ਵੜਾਇਚ ਹੈ ਤੇ ਪਿੰਡ ਮੇਰਾ ਚੱਬਾ ਹੈ। ਮੈਂ ਇਸ ਦੁਨੀਆ ਤੋਂ ਬਾਝ ਹੀ ਚੱਲੀ ਹਾਂ। ਆਪ ਜੀ ਦੀ ਕਿਰਪਾ ਹੋਵੇ ਤਾਂ ਇੱਕ ਫਲ ਲੱਗ ਜਾਵੇ। ਸਤਿਗੁਰੂ ਜੀ ਨੇ ਸੁਣ ਕੇ ਉਸ ਇਸਤਰੀ ਵੱਲ ਵੇਖਿਆ ਤੇ ਮੁਸਕਰਾ ਕੇ ਬੋਲੇ, ਇੱਕ ਵਾਰ ਫੇਰ ਕਹੋ। ਇਸਤਰੀ ਨੇ ਸੁਣ ਕੇ ਦੁਬਾਰਾ ਉਚਾਰਨ ਕੀਤਾ, ਜਿਵੇਂ ਪਹਿਲਾਂ ਗਾਇਆ ਸੀ ਉਸ ਪ੍ਰਕਾਰ ਹੀ ਗਾ ਕੇ ਸੁਣਾਇਆ। ਸਤਿਗੁਰੂ ਜੀ ਨੇ ਫਿਰ ਪੁੱਛਿਆ, ਕਿੱਥੋਂ ਆਈ ਹੈ, ਕਿਹੜਾ ਦੇਸ਼ ਹੈ ਅਤੇ ਕਿਹੜੇ ਪਿੰਡ ਵਿੱਚ ਰਹਿੰਦੀ ਹੈ। ਉਹ ਕਹਿਣ ਲੱਗੀ, ਗੁਰੂ ਗਰੀਬ ਨਿਵਾਜ, ਮੇਰਾ ਪਿੰਡ ਚੱਬਾ ਹੈ, ਜਿਹੜਾ ਮਾਝੇ ਦੇਸ਼ ਵਿੱਚ ਜਾਣੀਏ। ਸ਼੍ਰੀ ਅੰਮ੍ਰਿਤਸਰ ਤੋਂ ਉਹ ਦੱਖਣ ਵਾਲੇ ਪਾਸੇ ਹੈ। ਅੰਮ੍ਰਿਤਸਰ ਤੋਂ 3 ਕੋਹਾਂ ਉੱਪਰ ਉਹ ਪਿੰਡ ਵਸਦਾ ਹੈ। ਉੱਥੋਂ ਮੈਂ ਆਸ ਧਾਰ ਕੇ ਆਈ ਹਾਂ। ਆਪ ਜੀ ਪਾਸੋਂ ਪੁੱਤਰ ਮੰਗਣ ਵਾਸਤੇ ਆਈ ਹਾਂ। ਜਦ ਸਭਾ ਵਿੱਚ ਬੈਠੇ ਸੀ ਉਸ ਸਮੇਂ ਮੰਗਿਆ ਨਹੀਂ ਗਿਆ। ਹੁਣ ਮੈਂ ਸੱਦ ਵਿੱਚ ਆਪ ਜੀ ਨੂੰ ਸਭ ਕਹਿ ਦਿੱਤਾ ਹੈ। ਮੈਂ ਬਹੁਤ ਦੂਰ ਤੋਂ ਚੱਲ ਕੇ ਆਈ ਹਾਂ, ਮੇਰੀ ਕਾਮਨਾ ਪੂਰੀ ਕਰੋ। ਮੈਂ ਤੁਹਾਡੀ ਸ਼ਰਨ ਤੱਕੀ ਹੈ। ਸਾਧ ਸੰਗਤ ਜੀ, ਇਸ ਪ੍ਰਕਾਰ ਦਾ ਪ੍ਰਸੰਗ 6ਵੇਂ ਪਾਤਸ਼ਾਹ ਦੇ ਸਮੇਂ ਵੀ ਹੋਇਆ ਸੀ। ਸਤਿਗੁਰੂ ਜੀ ਨੇ ਸੁਣ ਕੇ ਸੇਵਕ ਨੂੰ ਹੁਕਮ ਦੇ ਕੇ ਕਿਹਾ, ਸਿਆਹੀ ਅਤੇ ਕਲਮ ਲਿਆਓ, ਹੁਣੇ ਚਾਹੀਦੀ ਹੈ। ਜਦ ਸੇਵਕ ਸਿਆਹੀ ਅਤੇ ਕਲਮ ਲਿਆਇਆ ਤਾਂ ਗੁਰੂ ਜੀ ਤੁਰੰਤ ਲਿਖਣ ਲੱਗੇ। ਸਿੱਖ ਨੇ ਫਿਰ ਕਲਮ ਦਵਾ ਦੇਣ ਵਾਸਤੇ ਆਪਣੇ ਹੱਥ ਵਿੱਚ ਫੜ ਲਈ। ਗੁਰੂ ਜੀ ਨੇ ਕਿਹਾ, ਇੱਕ ਪੁੱਤਰ ਤੈਨੂੰ ਦਿੱਤਾ। ਪਰ ਕਾਗਜ਼ ਨੂੰ ਵੇਖ ਕੇ ਸਿੱਖ ਜਾਣ ਗਿਆ ਅਤੇ ਕਹਿਣ ਲੱਗਾ, ਮਹਾਰਾਜ ਜੀ, ਇਹ ਤਾਂ ਸਾਤਾ ਲਿਖਿਆ ਗਿਆ ਹੈ, ਪਰ ਮੁਖ ਤੋਂ ਕਹਿੰਦੇ ਹੋ ਇੱਕ ਪੁੱਤਰ ਦਿੱਤਾ। ਇਹ ਸੁਣ ਕੇ ਸਤਿਗੁਰੂ ਜੀ ਨੇ ਕਿਹਾ, 7 ਹੀ ਹੋਣਗੇ। ਬੜੀ ਦੂਰ ਤੋਂ ਆ ਕੇ ਮੈਥੋਂ ਪੁੱਤਰ ਮੰਗੇ ਹਨ। ਕਾਗਜ਼ ਲੈ ਕੇ ਇਸਤਰੀ ਬਹੁਤ ਪ੍ਰਸੰਨ ਹੋਈ ਤੇ ਬੰਦਨਾ ਕਰਕੇ ਆਪਣੇ ਘਰ ਨੂੰ ਚਲੇ ਗਈ। ਸਮਾਂ ਪਾ ਕੇ 7 ਪੁੱਤਰ ਪੈਦਾ ਹੋਏ, ਜਿਸ ਨੇ ਗੁਰੂ ਮਹਿਮਾ ਨੂੰ ਬਹੁਤ ਪ੍ਰਗਟ ਕੀਤਾ। ਫਿਰ ਜੰਗਲ ਵਿੱਚ ਸ਼ਿਕਾਰ ਖੇਡਣ ਚਲੇ ਗਏ। ਇੱਧਰ ਉੱਧਰ ਫਿਰਦੇ ਹਿਰਨ ਵੇਖਦੇ ਸਨ, ਪਰ ਸ਼ਿਕਾਰ ਕਿਤੇ ਵੀ ਨਾ ਪਾਇਆ। ਫਿਰ ਸਤਿਗੁਰੂ ਜੀ ਨੇ ਸਿੰਘਾਂ ਨੂੰ ਕਿਹਾ, ਕਿਸ ਸਿੱਖ ਨੇ ਅੱਜ ਕੰਘਾ ਨਹੀਂ ਕੀਤਾ, ਜਿਸ ਕਰਕੇ ਅੱਜ ਸ਼ਿਕਾਰ ਹੱਥ ਨਹੀਂ ਆਇਆ। ਸਾਰਿਆਂ ਨੇ ਸੁਣਿਆ ਤੇ ਫਿਰ ਇੱਕ ਸਿੰਘ ਨੇ ਕਹਿ ਦਿੱਤਾ,
मैं अज कंघा अपने केसां विच नहीं कीता। सतगुरु जी ने हुक्म किया, हुणे ही कंघा कर लो ते तुरंत सुचेत हो के मिलो। यह सुन के उस सिंह ने तुरंत कंघा कर लिया ते फिर सतगुरु जी नाल मिल के चलिया। फिर जब जंगल विच गए तां शिकार वेख के मारन लगे। सतगुरु जी ने फिर हट के सारिਆਂ ਨੂੰ समझाया, ਸਿੰਘਾਂ ਨੂੰ इस प्रकार ही करना बनता है। सिख ਨੂੰ सब प्रकार सुचेत रहना चाहिए है ते किसी काम दे जाण तो पहलां अरदास उचारण करे। इस प्रकार सारे कारज सिद्ध हो जाते हैं। सुचेत होए बिना ते अरदासा सोधे बिना किते भी ना जाया करन। यह सुन के सारे सिखां ने मन्निया जिवें सतगुरु जी ने बचन किया सी। सतगुरु जी फिर अपने डेरे में आके विराज गए। रात बतीत करके सवेरे उठ पे। फिर खालसा आके सतगुरु जी के नेड़े बैठ गया। संगत दर्शन करके फल प्राप्त करती सी। एक सिख ने दही का एक वड्डा घड़ा भरिया ते लिया के गुरु जी के अगे रख के दर्शन किए। गुरु जी ने पूछा, किस पिंड विच रहिंदा है? तेरे पिता ते तेरा की नाम है? उसने गुरु जी पासों सुन के सारी गल दसी। मौड़ पिंड विच मैं रहिंदा हाँ। मेरे पिता जी का नाम भीम है ते मैं उन्हां दा पुत्र हाँ। उन्होंने मेरा नाम दलपत रखा है। उसका वड्डा डील डौल अते कद वेख के गुरु जी बहुत प्रसन्न होए ते उस उपर किरपा करके उस समय बोले, जे भीम तो पैदा होया पुत्र है तद ही तू दलां दे पति की पदवी प्राप्त की है। सतगुरु जी ने प्रसन्न हो के उसके सीस उपर दस्तार सजाई ते कहा, जे सिक्खी की वड्याई रखेगा तां तेरे पास बहुत धन दौलत वधेगा। गुरु जी की आन नूं मनदे रहो। वह उसे काफ़ी समय तक बैठा रहा ते फिर बंधना करके अपने घर वाल चल पिया। 2-4 दिन दस्तार अपने सिर उपर सजाई ते फिर डूमा का गाना सुन के प्रसन्न हो के वह दस्तार उन्होंने दे दी। मूर्ख ने किसी प्रकार भी विचार न की। गुरु जी की महिमा मन विच ना लिया। खुशी नूं पा के खाली ही रहा। भाई भगतू का एक पोता जिसका नाम प्रगट रूप विच दयालदास सी, वह भुच्चों पिंड तो चल के गया ते गुरु जी के दर्शन करके सनिमर हो गया। कुछ रुपये गुरु जी की भेटां वजों चढ़ाए। गुरु जी बैठे सन। उन्होंने उस वाल अपनी दृष्टि की। फिर गुरु जी ने अपने मुख तो फरमाया, दयाल सिंह हुण ये नाम मनना करो। खंडे की शोभ पहल धारण करो ते खालसा बन के अपने सारे भरम दूर कर लो। केसां ते कशहरे की रहत रखो। मीणे ते मसंदा नाल मेल ना करो। शस्त्रां नूं दिन रात अपने शरीर ते धारण करो ते वाहिगुरु जी का खालसा वाहिगुरु जी की फतेह उचारण करो। यह सुन के उसने यह कम दिल हो के उचारण किया, सिੱਖੀ असी कदीमी धारण की है। पिता पितामा गुरु घर दे हन। जिथे किथे साडे वड्डे वडेरे जगत विच प्रगट हन। हुण नवीं रीति की धारण करां? अपने वडेरिਆਂ ਦਾ पंथ संभालांगा। सारे गुरु साहिबाना ने साडे उपर खुशी की है। सानू अपने कदीमी सेवक जानते हैं। हुण उम्र बहुत वड्डी हो गई है। पहल लेना मेरे वास्ते उचित नहीं है। सतगुरु जी ने फिर कह के समझाया, असी एक उत्तम पंथ चलाया है जिहड़ा लोक परलोक विच सुखदायक है ते वैरियां नूं मार के यह राज तेज सहित होवेगा। उस जहाज उपर जिहड़ा भी आके चढ़ेगा वह कीड़ी तो हाथियों का राजा बन जाएगा। जिहड़े गिदड़ वांग सब तो डरते हैं वह शेर बन जाणगे ते सिंह ही अपना नाम धरनगे। इस करके तुसीं भी अंमृत धारण करो ते मसंदा वाली रीति ना धारण करो। दोबारा गुरु जी का बचन सुन के भी ना मन्निया ते गुरु जी के बचनों ते भरोसा ना किया। कहन लगा, हुण तां किरपा करो, इस तरह ही रहांगा जिवें साडे पिता पितामा रहिंदे आए हैं। यह सुन के फिर गुरु जी ने कठोर वचन कहे। जद बार बार गुरु जी के बचनों नूं मोड़िया। गुरु जी के कठोर वचन सुन के दयालदास चुप रहा। कुछ समय बाद वह अपने घर नूं चला गया। पछतावा करता होया चला गया। गुरु जी के नाल बहुत बेरसी की। उस समय बाद सतगुरु जी ने अपना रुख उस वाल ना किया।
ਤੇ ਨਾ ਹੀ ਫਿਰ ਕਦੀ ਆਪਣੇ ਪਾਸ ਬਿਠਾਇਆ। ਭਗਤੂ ਦਾ ਮਸੰਦ ਉਸ ਦਾ ਨਾਮ ਧਰ ਦਿੱਤਾ ਤੇ ਨਾ ਹੀ ਫਿਰ ਕਦੀ ਉਸ ਦੇ ਘਰ ਗਏ। ਭਗਤੂ ਦਾ ਪੁੱਤਰ ਇੱਕ ਗੋਰਾ ਹੋਇਆ ਹੈ। ਉਸ ਤੋਂ ਦਿਆਲਦਾਸ ਪੈਦਾ ਹੋਇਆ ਸੀ। ਭਗਤੂ ਦੇ ਦੂਸਰੇ ਪੁੱਤਰ ਦਾ ਨਾਮ ਜੀਵਨ ਸੀ, ਜਿਸ ਨੇ ਸ੍ਰੀ ਗੁਰੂ ਹਰਿਰਾਏ ਜੀ ਦੇ ਪਾਸ ਆਪਣਾ ਜੀਵਨ ਦੇ ਦਿੱਤਾ ਸੀ। ਫਿਰ ਬ੍ਰਾਹਮਣ ਦੇ ਪੁੱਤਰ ਨੂੰ ਜੀਵਤ ਕੀਤਾ ਸੀ। ਉਸ ਦਾ ਵੰਸ਼ ਬਹੁਤ ਵਧਿਆ ਹੈ। ਚੱਕ ਨਾਮੀ ਪਿੰਡ ਵਿੱਚ ਉਹਨਾਂ ਦਾ ਵਾਸਾ ਹੈ। ਉਹ ਚੱਲ ਕੇ ਗੁਰੂ ਜੀ ਦੇ ਪਾਸ ਆਏ। ਖੰਡੇ ਦੀ ਪਹੁਲ ਉਹਨਾਂ ਨੇ ਲਈ, ਜਿਸ ਦੀ ਵਿਧੀ ਨਾਲ ਗੁਰੂ ਜੀ ਦੀ ਖੁਸ਼ੀ ਜਾਣੀ। ਇੱਕ ਨੇ ਆਪਣਾ ਨਾਮ ਰਾਮ ਸਿੰਘ ਧਰਵਾਇਆ, ਦੂਸਰੇ ਨੂੰ ਫਤਿਹ ਸਿੰਘ ਨਾਮ ਮਨ ਨੂੰ ਚੰਗਾ ਲੱਗਾ। ਇੱਕ ਮਾਤਾ ਤੋਂ ਦੋਵੇਂ ਭਰਾ ਪੈਦਾ ਹੋਏ ਸਨ। ਇੱਕ ਮਤਰੇਈ ਮਾਂ ਤੋਂ ਵਸਦਾ ਹਾਂ ਕਿ ਦੋ ਹੋਰ ਪੁੱਤਰ ਸਨ। ਇੱਕ ਦਾ ਨਾਮ ਬਖਤੂ ਸਿੰਘ ਸੀ ਅਤੇ ਦੂਸਰੇ ਦਾ ਨਾਮ ਤਖਤੂ ਸਿੰਘ ਸੀ। ਇਹ ਚਾਰੇ ਸਿੰਘ ਜੀਵਨ ਦੇ ਪੁੱਤਰ ਜਾਣੋ। ਨੇੜੇ ਦੇ ਪਿੰਡ ਵਿੱਚ ਇਹਨਾਂ ਦਾ ਵਾਸਾ ਸੀ ਤੇ ਇਹ ਗੁਰੂ ਜੀ ਦੇ ਪਾਸ ਆਉਂਦੇ ਜਾਂਦੇ ਸਨ। ਕਈ ਮਹੀਨੇ ਗੁਰੂ ਜੀ ਨੇ ਉੱਥੇ ਬਤੀਤ ਕੀਤੇ। ਚਾਰੇ ਪਾਸਿਆਂ ਤੋਂ ਸਿੱਖ ਦਰਸ਼ਨਾਂ ਵਾਸਤੇ ਆਉਂਦੇ ਸਨ। ਇਸਤਰੀ ਪੁਰਸ਼ਾਂ ਦੀ ਸਦਾ ਭੀੜ ਲੱਗੀ ਰਹਿੰਦੀ ਸੀ। ਦਰਸ਼ਨਾਂ ਵਾਸਤੇ ਉਹ ਵਿਸ਼ੇਸ਼ ਤੌਰ 'ਤੇ ਮਿਲਦੇ ਸਨ। ਕਈ ਵਿਧੀਆਂ ਦੇ ਉਪਹਾਰ ਲਿਆਉਂਦੇ ਸਨ ਤੇ ਦੋਵੇਂ ਹੱਥ ਜੋੜ ਕੇ ਅਰਪਣ ਕਰਦੇ ਸਨ। ਸੋ ਸਾਧ ਸੰਗਤ ਜੀ, ਇੱਥੇ 21ਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ ਜੀ। ਪ੍ਰਸੰਗ ਸੁਣਾਉਂਦੇ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।